कि शादी लव मैरिज होनी चाहिए या अरेंज मैरिज? ਜਿਹੜੀ ਹੋ ਜਾਵੇ ਅੱਜ ਦੇ ਦੌਰ 'ਚ ਉਹੀ ਬਿਹਤਰ ਹੈ। ਪਤਾ ਹੀ ਨਾ ਕੀਤੀਆਂ ਉਹਨਾਂ ਦੇ ਬਾਰੇ ਕੀ ਖਿਆਲ? ਉਹਨਾਂ ਨੂੰ ਵੀ ਕਹੋ ਤੋਬਾ ਕਰੋ ਤੇ ਤੁਹਾਡੀ ਮਿਹਰਬਾਨੀ ਵਾਪਸ ਕਰੋ ਜਿਨ੍ਹਾਂ ਦੀਆਂ ਹੈ। ਨਹੀਂ, ਜਿੰਨੇ ਤੁਸੀਂ ਫੋਨ ਤੇ ਗੱਲ ਕਰ ਰਹੇ ਹੋ ਤੁਸੀਂ ਲਵ ਮੈਰਿਜ ਦੀ ਤਿਆਰੀ 'ਚ ਹੋ ਹੈ ਨਾ ਜੀ ਬਿਲਕੁਲ। अस्सलाम वालेकुम, मैं नईम शौकी ਤਾਂ ਤੁਸੀਂ ਵੇਖ ਰਹੇ ਹੋ ਫਨਕਾਰੀਆਂ। ਨੇੜੇ ਹੋਵੋ। ਅੱਜ ਦੀ ਫਨਕਾਰੀ ਇਹ ਵਾ ਕਿ ਸ਼ਾਦੀ ਅਰੇਂਜ ਮੈਰਿਜ ਹੋਈ ਹੋਵੇ ਨਾ ਤੇ ਬੰਦਾ 24 ਘੰਟੇ ਵਿਹੜੇ 'ਚ ਖੱਪ ਪਾਉਂਦਾ ਰਹਿੰਦਾ, ਮਾਂ ਪਿਓ ਨੇ ਮੇਰਾ ਵਿਆਹ ਕਰਾ ਕੇ ਮੈਨੂੰ ਫਸਾਤਾ, ਨਹੀਂ ਤੇ ਕਿਤੇ ਹੋਰ ਰਿਸ਼ਤਾ ਆਉਂਦਿਆ ਸੀ। ਜੇ ਸ਼ਾਦੀ ਹੋਈ ਹੋਵੇ ਲਵ ਮੈਰਿਜ ਤਾਂ ਵੀ ਬੰਦਾ ਮੁਤਮਿਨ ਨਹੀਂ ਹੁੰਦਾ, ਸਾਰਾ ਦਿਨ ਲੜ ਕਹਿਣ ਡਿਆ ਹੁੰਦਾ, ਮਾਂ ਪਿਓ ਦੀ ਮੰਨੀ ਹੁੰਦੀ ਹੈ ਫਾਇਦੇ 'ਚ ਰਹਿਣਾ ਸੀ, ਯਾਨੀ ਕਿਸੇ ਪਾਸੇ ਬੰਦਾ ਮੁਤਮਿਨ ਨਹੀਂ ਹੁੰਦਾ। ਤੇ ਅੱਜ ਅਸੀਂ ਆਪਣੀ ਆਵਾਮ ਨੂੰ ਪੁੱਛਾਂਗੇ ਕਿ ਜਿਹੜਾ ਵਿਆਹ ਇਹ ਲਵ ਮੈਰਿਜ ਹੋਣਾ ਚਾਹੀਦਾ ਜਾਂ ਅਰੇਂਜ ਮੈਰਿਜ? ਅੱਛਾ, ਵਿਆਹ ਵਾਲੇ ਦਿਨ ਜਿਹੜਾ ਲਾੜਾ ਜਿਹੜਾ ਹੁੰਦਾ ਨਾ ਉਹ ਵਿਚਾਰੇ ਦੀ ਆਪਣੀ ਮਰਜ਼ੀ ਕੋਈ ਨਹੀਂ ਹੁੰਦੀ। ਭਾਈ ਨੇ ਇੱਧਰ ਆ ਜਾਓ। ਅੱਛਾ ਜੀ, ਭਾਈ ਨਾਸ਼ਤਾ ਕਰਨਾ? ਹਾਂਜੀ। ਭਾਈ ਨਾਸ਼ਤਾ ਕਰ ਲਿਆ। ਭਾਈ ਨੇ ਇੱਥੇ ਬੈਠੋ। ਲਾੜੇ ਨੂੰ ਜਿੱਥੇ ਭਾਓ ਵਿਚਾਰਾ ਲੇਲਾ ਜਿਹਾ ਬਣ ਕੇ ਉੱਥੇ ਬਈ ਜਾਂਦਾ। ਤੇ ਅੱਜ ਅਸੀਂ ਦੋਸਤਾਂ ਨੂੰ ਪੁੱਛਾਂਗੇ ਕਿ ਸ਼ਾਦੀ ਲਵ ਮੈਰਿਜ ਚੰਗੀ ਆ ਜਾਂ ਅਰੇਂਜ ਮੈਰਿਜ ਚੰਗੀ ਆ। ਆਓ ਮੇਰੇ ਨਾਲ। ਅੱਛਾ ਭਾਈ, ਤੁਹਾਨੂੰ ਇਹ ਪੁੱਛਣਾ ਸੀ ਕਿ ਸ਼ਾਦੀ ਲਵ ਮੈਰਿਜ ਹੋਣੀ ਚਾਹੀਦੀ ਜਾਂ ਅਰੇਂਜ ਮੈਰਿਜ? ਜਿਹੜੀ ਹੋ ਜਾਵੇ ਅੱਜ ਦੇ ਦੌਰ 'ਚ ਉਹੀ ਬਿਹਤਰ ਹੈ। ਬਿਲਕੁਲ ਹੀ ਥੋੜੇ। अस्सलाम वालेकुम। ਵਾਲੇਕੁਮ ਸਲਾਮ। ਅੱਛਾ ਵੀਰੇ, ਸ਼ਾਦੀ ਲਵ ਮੈਰਿਜ ਹੋਣੀ ਚਾਹੀਦੀ ਜਾਂ ਅਰੇਂਜ ਮੈਰਿਜ? ਅੱਜ ਕੱਲ ਤਾਂ ਨਾ ਹੀ ਕਰੋ, ਬਹੁਤ ਗਰਮੀ ਹੈ ਤੋਂ ਮਹਿੰਗਾਈ ਬਹੁਤ ਹੈ, ਫਾਇਦਾ ਕੋਈ ਨਹੀਂ। ਨਹੀਂ, ਕੋਈ ਨਾ ਕੋਈ ਤਾਂ ਕਰਨੀ ਪੈਣੀ ਹੈ ਨਾ ਭਾਈ। ਨਹੀਂ ਅੱਜ ਕੱਲ ਤਾਂ ਨਾ ਹੀ ਕਰੋ ਤੇ ਬਿਹਤਰ ਉਸਤਾਦ ਜੀ। ਅੱਛਾ ਜੀ, ਜਿਸ ਤਰ੍ਹਾਂ ਦੇ ਹਾਲਾਤ ਜਾ ਰਹੇ ਨੇ ਤੁਹਾਨੂੰ ਪਤਾ ਹੀ ਨਾ ਹੈ। ਕੀਤੀਆਂ ਉਹਨਾਂ ਦੇ ਬਾਰੇ ਕੀ ਖਿਆਲ? ਉਹਨਾਂ ਨੂੰ ਵੀ ਕਹੋ ਤੋਬਾ ਕਰੋ ਤੇ ਤੁਹਾਡੀ ਮਿਹਰਬਾਨੀ ਵਾਪਸ ਕਰੋ ਜਿਨ੍ਹਾਂ ਦੀਆਂ ਹੈ। ਯਾਨੀ ਸ਼ਾਦੀ ਨਹੀਂ ਹੋਣੀ ਚਾਹੀਦੀ ਜਿੰਨੀ ਮਹਿੰਗਾਈ ਹੈ। ਬਿਲਕੁਲ ਜੀ, ਇਸ ਤਰ੍ਹਾਂ ਦੇ ਹਾਲਾਤ ਨੇ ਅੱਜ ਕੱਲ ਦੀ ਸ਼ਾਦੀ, ਮੈਂ ਕਹਿੰਦਾ ਦੂਸਰੀ ਬਰਬਾਦੀ। ਅੱਛਾ ਜੀ, ਆਲਰੇਡੀ ਇੱਕ ਹੋ ਰਹੀ ਹੈ, ਇੱਕ ਹੋਰ ਹੁਣ ਸ਼ੁਰੂ ਹੋ ਜਾਏਗੀ। ਯਾਨੀ ਵਿਆਹ ਕਰਨਾ ਇਸ ਵੇਲੇ ਤੇ ਕਰਦਾ ਲੈਣਾ ਇੱਕ ਬਰਾਬਰ। ਇੱਕ ਬਰਾਬਰ ਹੈ। ਫਸ ਬੰਦਾ ਦੋਵਾਂ ਜਗ੍ਹਾ ਤੇ ਜਾਂਦਾ ਹੈ। ਦੋਨਾਂ ਜਗ੍ਹਾ ਤੇ ਜਾਂਦਾ ਹੈ। ਕੀ ਸਮਝਦੇ ਹੋ? ਬਿਲਕੁਲ ਇਸ ਤਰ੍ਹਾਂ ਹੀ ਗੱਲ ਹੈ। ਇਹਦਾ ਮਤਲਬ ਸ਼ਾਦੀ ਨਹੀਂ ਹੋਣੀ। ਸ਼ਾਦੀ ਨਹੀਂ ਕਰਨੀ, ਹੋਰ ਜੋ ਕੁਝ ਮਰਜ਼ੀ ਕਰ ਲਓ, ਮੰਗ ਲਓ ਕਿਸੇ ਕੋਲੋਂ, ਲੇਕਿਨ ਘਰ 'ਚ ਰੰਗ ਕਰ ਲਓ, ਹਾਂ, ਸ਼ਾਦੀ ਨਾ ਕਰੋ। ਸ਼ਾਦੀ ਨਾ ਕਰੋ, ਇਹ ਦੂਸਰੀ ਬਰਬਾਦੀ ਹੈ। ਅੱਛਾ ਵੀਰੇ, ਸ਼ਾਦੀ ਅਰੇਂਜ ਮੈਰਿਜ ਸਹੀ ਹੈ ਜਾਂ ਲਵ ਮੈਰਿਜ ਸਹੀ ਹੈ? ਮੇਰੇ ਹਿਸਾਬ ਦੇ ਨਾਲ ਜਿਹੜੀ ਲਵ ਮੈਰਿਜ ਹੁੰਦੀ ਹੈ ਨਾ, ਹਾਂਜੀ। ਇਹ ਠੀਕ ਤੇ ਹੈ ਵੇ, ਹੂੰ। ਬਾਕੀ ਘਰਦਿਆਂ ਦੀ ਮਰਜ਼ੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਅੱਛਾ, ਸ਼ਾਦੀ ਜਿਹੜੀ ਤੁਹਾਡਾ ਮਤਲਬ ਅਰੇਂਜ ਮੈਰਿਜ ਹੋਣੀ ਚਾਹੀਦੀ ਹੈ। ਹਾਂਜੀ, ਤੇ ਜਿਹੜੇ ਆਪਣੇ ਹੀਰ ਰਾਂਝਾ ਨੇ, ਸੱਸੀ ਪੁੰਨੂ, ਉਹਨਾਂ ਨੂੰ ਕਿਵੇਂ ਸਮਝਾਈਏ? ਉਹਨਾਂ ਨੇ ਤੇ ਲਵ ਕੀਤਾ। ਉਹਨਾਂ ਨੇ ਆਪਣੀ ਮਰਜ਼ੀ ਕੀਤੀ ਸੀ, ਹਾਂਜੀ। ਆਪਣੀ ਮਰਜ਼ੀ ਅਸੀਂ ਵੀ ਕਰ ਸਕਦੇ ਹਾਂ। ਨਹੀਂ, ਤੁਹਾਡਾ ਜਿਸ ਤਰ੍ਹਾਂ ਦਾ ਚਿਹਰਾ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਗੱਲ ਨਹੀਂ ਸਮਝੇ? ਹਾਂਜੀ। ਮੇਰਾ ਕਹਿਣ ਦਾ ਮਤਲਬ ਕਿ ਅਸੀਂ ਵੀ ਆਪਣੀ ਮਰਜ਼ੀ ਕਰ ਸਕਦੇ ਹਾਂ, ਹਾਂ। ਬਾਕੀ ਸਾਡੇ ਪਾਸੇ ਮੁਸ਼ਕਲ ਹੈ। ਮੁਸ਼ਕਿਲ ਕਿੱਦਾਂ? ਕਸੋ ਮਾਮਲਾ ਤਾਂ ਬਣ ਜਾਂਦੇ ਨੇ, ਠੀਕ ਹੈ, ਕਸੋ ਪਰੇਸ਼ਾਨੀਆਂ ਬਣ ਸ਼ਾਦੀशुदा ਹੋ? ਜਾਂਦੀਆਂ। ਨਹੀਂ, ਮੇਰੀ ਹੱਥ ਮਿਲਾਓ ਫਿਰ। ਤੁਹਾਡੇ ਤੇ ਪਹੁੰਚ ਤੇ ਦੋਵੇਂ ਸ਼ਾਦੀਆਂ ਬਾਹਰ ਨੇ। ਮੇਰੀ 1 ਸਾਲ ਬਾਅਦ ਸ਼ਾਦੀ ਹੈ। ਤੁਹਾਡੀ? ਹਾਂਜੀ। ਏਡੀ ਨੇੜੇ ਦੀ ਡੇਟ, ਕੱਪੜੇ ਤੇ ਸਵਾਉਣ ਦੇ ਲੋਕਾਂ ਨੂੰ। ਕੋਈ ਬਾਤ ਨਹੀਂ। ਸ਼ਾਦੀ ਲਵ ਮੈਰਿਜ ਹੋਣੀ ਚਾਹੀਦੀ ਜਾਂ ਅਰੇਂਜ ਮੈਰਿਜ? ਸਰ ਜੀ ਦੇਖੋ, ਜਿਸ ਤਰ੍ਹਾਂ ਦਾ ਨਿਜ਼ਾਮ ਚੱਲ ਰਿਹਾ ਹੈ, ਅਗਰ ਲਵ ਮੈਰਿਜ ਹੋਵੇ ਤੇ ਉਹ ਵੀ ਠੀਕ ਹੈ, ਅਗਰ ਲਵ ਮੈਰਿਜ ਹੋਈ ਤਾਂ ਠੀਕ ਹੈ। ਉਹ ਵੀ ਠੀਕ ਹੈ। ਅਗਰ ਅਰੇਂਜ ਹੋਵੇ ਤੇ ਉਹ ਫਿਰ ਸਾਰੀ ਉਮਰ ਬੀਵੀ ਦੇ ਤਾਨੇ ਹੁੰਦੇ ਨੇ, ਤੂੰ ਤੇ ਮੇਰੇ ਮਾਂ ਪਿਓ ਦੀ ਪਸੰਦ ਹੈ, ਮੇਰੀ ਤੇ ਪਸੰਦ ਹੀ ਨਹੀਂ, ਇਸ ਤਰ੍ਹਾਂ ਦੇ ਤਾਨੇ ਹੁੰਦੇ ਨੇ। ਤੇ ਜਿਹੜਾ ਹਸਬੈਂਡ ਹੁੰਦਾ ਹੈ ਉਹਨੇ ਫਿਰ ਕਹਿਣਾ ਤੂੰ ਵੀ ਮੇਰੇ ਮਾਂ ਪਿਓ ਦੀ ਪਸੰਦ ਹੈਗੀ ਸੀ, ਮੇਰੀ ਤੇ ਤੂੰ ਮੈਨੂੰ ਪਸੰਦ ਹੀ ਨਹੀਂ ਹੈਗੀ। ਇਸ ਤਰ੍ਹਾਂ 100 ਮਾਮਲਾਤ ਉਹ ਜਿਹੜੇ ਸਾਰੀ ਉਮਰ ਚੱਲਦੇ ਰਹਿੰਦੇ ਨੇ। ਹਾਂਜੀ, ਉਸ ਤੋਂ ਬਾਅਦ ਫਿਰ ਜਦੋਂ ਬੱਚਿਆਂ ਦੀ ਲਾਈਫ ਹੋ ਜਾਂਦੀ ਹੈ ਤੇ ਜਦੋਂ ਬੱਚੇ ਹੋ ਜਾਣ ਫਿਰ ਤੇ ਲਵ ਮੈਰਿਜ ਅਰੇਂਜ ਮੈਰਿਜ ਦੋਵੇਂ ਦੂਰ ਨਿਕਲ ਜਾਂਦੀਆਂ। ਜੀ ਜੀ ਬਿਲਕੁਲ ਇਸ ਫਿਰ ਤਰ੍ਹਾਂ ਜੀ ਹੀ। ਅੱਗੋਂ ਔਲਾਦ ਮੈਰਿਜ ਸ਼ੁਰੂ ਹੋ ਜਾਂਦਾ। ਹਾਂਜੀ, ਫਿਰ ਉਹਨਾਂ ਦੀ ਸੋਚ ਪੈ ਜਾਂਦੀ ਜੇ ਇਹਨਾਂ ਦੀ ਹੁਣ ਲਵ ਮੈਰਿਜ ਕਰੀਏ ਜਾਂ ਅਰੇਂਜ ਕਰੀਏ। ਇਹਦੇ ਦੋਵਾਂ ਚੋਂ ਡਿਸੀਜਨ ਕੀ ਦਿੰਦੇ ਹੋ ਕਿ ਕਿਹੜੀ ਸ਼ਾਦੀ ਹੋਣੀ ਚਾਹੀਦੀ? ਸਰ ਜੀ, ਜਿਸ ਤਰ੍ਹਾਂ ਦਾ ਨਿਜ਼ਾਮ ਚੱਲ ਰਿਹਾ ਲਵ ਮੈਰਿਜ ਹੋਣੀ ਚਾਹੀਦੀ। ਮਾਂ ਪਿਓ ਦੀ ਬੰਦਾ ਨਾ ਮੰਨੇ, ਉਹਨਾਂ ਦੀ ਮੰਨ ਲਓ ਫਿਰ ਤੁਹਾਡੇ ਸਾਹਮਣੇ ਜੋ ਤੁਹਾਨੂੰ ਦੱਸ ਰਹੇ ਹੋ ਹੀ ਚੱਲਦਾ। ਯਾਨੀ ਤੁਹਾਡੇ ਹਿਸਾਬ ਨਾਲ ਵਿਆਹ ਲਵ ਮੈਰਿਜ ਹੋਣਾ ਚਾਹੀਦਾ, ਅਰੇਂਜ ਮੈਰਿਜ ਨਹੀਂ? ਜੀ ਬਿਲਕੁਲ। ਤੁਹਾਡਾ ਕਿਹੜਾ ਹੋਇਆ, ਲਵ ਮੈਰਿਜ ਜਾਂ ਅਰੇਂਜ ਮੈਰਿਜ? ਮੇਰਾ ਅਰੇਂਜ ਮੈਰਿਜ ਹੋ ਗਿਆ ਇੱਕ, ਉਹ ਮੇਰੀ ਤਲਾਕ ਯਾਫਤਾ, ਅੱਛਾ, ਡਿਵੋਰਸ ਹੋ ਗਿਆ। ਡਿਵੋਰਸ ਹੋ ਗਿਆ। ਅੱਛਾ ਅੱਛਾ। ਹੁਣ ਦੂਸਰਾ ਮੈਂ ਲਵ ਮੈਰਿਜ ਕਰਾਂ। ਦੂਜਾ ਲਵ ਮੈਰਿਜ ਕਰਨਾ ਹੈ? ਨਹੀਂ, ਜਿੰਨੇ ਤੁਸੀਂ ਫੋਨ ਤੇ ਗੱਲ ਕਰ ਰਹੇ ਹੋ ਤੁਸੀਂ ਲਵ ਮੈਰਿਜ ਦੀ ਤਿਆਰੀ 'ਚ ਹੋ, ਹੈ ਨਾ? ਜੀ ਬਿਲਕੁਲ। ਇਹ ਤੁਸੀਂ ਜਿਹੜੀਆਂ ਹੈਂਡ ਫ੍ਰੀ ਲਾਈਆਂ ਇਹ ਰੰਗ ਲਿਆਉਣਗੀਆਂ। ਜੀ ਜੀ ਬਿਲਕੁਲ। ਜਦੋਂ ਬੰਦਾ ਕੱਲਾ ਖਲੋ ਕੇ ਨੁੱਕਰ 'ਚ ਫੋਨ ਕਰੇ ਨਾ ਸਮਝੋ ਲਵ ਮੈਰਿਜ ਸ਼ੁਰੂ ਆ। ਹਾਂਜੀ, ਯਾਰ ਰੰਗ ਆ ਰਹੇ ਤੇ ਇਕੱਲੇ ਬੈਠੇ ਹਾਂ। ਬਹੁਤ ਸ਼ੁਕਰੀਆ ਦਾ। ਸ਼ਾਦੀ ਲਵ ਮੈਰਿਜ ਹੋਣੀ ਚਾਹੀਦੀ ਜਾਂ ਅਰੇਂਜ मैरिज? लव मैरिज होनी चाहिए और घर वालों को मना दो। यानी बहुत क्या कहने, यानी तुम साढ़े एक सवाल तो ठहर नहीं रहे। नहीं, एक ही सवाल है, मैंने आपको बोला कि लव मैरिज होनी चाहिए लेकिन घर वालों को मना दो। अगर घर वाले नहीं मानते तो अरेंज मैरिज होनी चाहिए।
ਦੇਖੋ ਨਾ ਘਰ ਵਾਲੇ ਲਵ ਮੈਰਿਜ ਨੂੰ ਮੰਨਦੇ ਜੇ, ਨਾ ਮਾਲਕ ਮਕਾਨ ਮੰਨਦਾ, ਨਾ ਮਾਲਕ ਮਕਾਨ ਮੰਨਦਾ ਕਿ ਥੱਲੇ ਰੰਗ ਕਰਾ ਲਓ। माँ बाप कितना प्यार करते हैं, ਬਹੁਤ तो आपकी एक पसंद को वो मानेंगे नहीं जब हर पसंद वो पूरी करते हैं। ਤੁਸੀਂ ਕਾਫੀ ਖੋਚਲ ਤਰੀਨ ਆਦਮੀ ਹੋ। ਤੁਸੀਂ ਦੋਵੇਂ ਪਾਸੇ ਸਵਾਲ ਸਾਡੇ ਨਾਲ ਇੱਕ ਕਰ ਦਿੱਤਾ ਫੜ ਕੇ। नहीं एक नहीं किया मैंने, आपका सवाल का अच्छा जवाब दिया जो कोई नहीं दे पाएगा। ਵਾਹ ਵਾਹ ਵਾਹ, ਬਹੁਤ आपको ये करना चाहिए। ਅੱਛਾ, ਬੀਵੀ ਖੂਬਸੂਰਤ ਹੋਵੇ ਨਾ ਤੇ ਬੰਦਾ ਮਾਂ ਪਿਓ ਦੇ ਅੱਗੇ ਖਲੋ ਜਾਂਦਾ। ਉਹ ਕੀ ਕਹਿੰਦੀ ਹੈ ਵਿਚਾਰੀ, ਤੁਹਾਨੂੰ ਕੁਝ ਕਹਿਣ ਡਈ ਹੈ। ਬੀਵੀ ਹਲਕੀ ਜੀ ਵਿਚਾਰੀ ਨਾਰਮਲ ਹੋਵੇ ਨਾ ਤੇ ਬੰਦਾ ਕਹਿੰਦਾ ਤੂੰ ਜਾਣ ਤੇ ਆਓ ਜਾਣੇ, ਮੈਂ ਜਾ ਰਿਹਾ ਕੰਮ ਤੇ। बीवी खूबसूरत होने से बेहतर है कि मुखलिस होनी चाहिए। ਹਾਏ 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 ਹਾਏ। देखें जी, शादी अरेंज हो या लव हो, मैं अपने हिसाब से बताऊंगा कि मैंने लव मैरिज की है। ਆਪਨੇ हाँ जी, ਤੇ ਕੀ ਚੰਗਾ ਹੈ ਲਵ ਮੈਰਿਜ? हाँ जी, बिल्कुल ਠੀਕ ਆ, बिल्कुल ठीक है, ਜ਼ਿੰਦਗੀ ਅੱਛੀ ਲੰਘ ਰਹੀ? बिल्कुल। ਮਾਂ ਪਿਓ ਰਾਜ਼ੀ ਸੀ ਇਸ ਸ਼ਾਦੀ 'ਚ? देखें, स्टार्ट पे मेरी बीवी के घर वाले भी और मेरे घर वाले राजी नहीं थे, लेकिन आगे जाके जब उन्होंने हमें देखा कि हम अंडरस्टैंडिंग अच्छा कर रहे हैं, एक दूसरे को संभाल रहे हैं, मेरी जो वाइफ हैं उन्होंने मुझे बहुत मेरा साथ दिया वाह। और मैंने भी उनका साथ दिया। वाह। फिर हम उनके माँ बाप ने और मेरे माँ बाप ने आगे जाके हमारी करवा दी शादी। ये मेरी पिछले साल ही हुई है शादी। ਬੜੀ ਗੱਲ ਹੈ, ਹਾਲੇ ਕੱਲ ਦੀਆਂ ਗੱਲਾਂ, ਸਾਲ ਲੰਘ ਗਿਆ। हाँ जी, साल गुजर गया हमारा। बिल्कुल। ਤੁਹਾਡਾ ਤੇ ਭਾਬੀ ਨੇ ਇੰਨਾ ਪਿਆਰ ਹੈ, ਤੁਸੀਂ ਕੈਚਅਪ ਵੀ ਭਾਬੀ ਦਾ ਲਾ ਕੇ ਫਿਰ ਰਹੇ ਹੋ। नहीं, उनको पसंद है। ਮੈਨੂੰ ਡਰ ਹੈ ਭਾਬੀ ਤੁਹਾਡੀ ਮੋਟਰਸਾਈਕਲ ਤੇ ਨਾ ਫਿਰ ਰਹੀ ਹੋਵੇ। नहीं नहीं नहीं, इस टाइम खाना बन रहा होगा। आपके लिए हाँ, खाना बनना होगा या देन बनना होगा कि अभी आए नहीं? हाँ, ये भी है कि कहाँ होंगे, क्या कर रहे होंगे। हाँ, क्योंकि चलता है, आपको पता यू नो कि ਨਵਾਂ ਵਿਆਹ ਹੋਵੇ ਨਾ ਤੇ ਐਵੇਂ ਸ਼ਾਮ ਨੂੰ ਘਰ ਜਾਓ ਨਾ ਤੇ ਬੇਗਮ ਕਹਿੰਦੀ ਮੈਂ ਤੁਹਾਡੇ ਬਾਰੇ ਸੋਚ ਰਹੀ ਸੀ, ਹੱਥ ਤੇ ਇਸਤਰੀ ਲੱਗ ਗਈ ਹੈ, बिल्कुल ऐसा होया। ਹੈਨਾ? लेकिन इस्त्री वाली गल नूं कट कर दो, हथ सड़ गया है। ਹਾਂ, ਤੁਹਾਡੇ ਬਾਰੇ ਸੋਚ ਰਹੀ ਸੀ, ਹਾਂਡੀ ਬਣਾ ਰਹੀ ਸੀ ਤੇ ਇੱਕਦਮ ਛਿੱਟਾ ਪੈ ਗਈਆਂ। ਇਹ ਵੀ ਕਹਿ ਦਿੰਦੀਆਂ ਬੇਗਮਾਂ ਕਿ ਮੈਂ ਤੁਹਾਡੇ ਬਾਰੇ ਸੋਚ ਰਹੀ ਸੀ, ਗੋਭੀ ਕੱਟ ਰਹੀ ਸੀ, ਮੇਰੇ ਟੱਕ ਲੱਗ ਗਿਆ। ਹਾਂਜੀ, ਹੈਨਾ? ਬਿਲਕੁਲ। ਜਦੋਂ ਮੈਂ agree ਜਦੋਂ ਹਾਂ। 5-6 ਬੱਚੇ ਹੋ ਜਾਂਦੇ ਫਿਰ ਕੋਈ ਟੱਕ ਨਹੀਂ ਲੱਗਦਾ, ਭਾਵੇਂ ਵੱਡਾ ਗੋਸ਼ਤ ਕੱਟ ਲੈਣ। ਫਿਰ ਸਾਨੂੰ ਟੱਕ ਲੱਗਦੇ ਨੇ। ਤੇ ਅਸੀਂ ਵੀ ਘਬਰਾ ਕੇ ਕਹਿ ਦਿੰਦੇ ਨੇ ਨਾ ਮੁਝੇ ਟੱਕ ਟੱਕ ਕੇ ਸਾਥ ਚਾਹੀਏ। ਬਿਲਕੁਲ। ਤੇ ਫਿਰ ਕੀ ਕਹਿੰਦੇ ਹੋ ਕਿ ਸ਼ਾਦੀ ਲਵ ਮੈਰਿਜ? 5 ਸਾਲ ਪਹਿਲੇ ਮੈਂ ਪਸੰਦ ਹੀ ਕਰਾ ਲੈਂਦਾ ਹੈ, ਮੈਂ ਕਿੱਥੇ ਰੁੱਲ ਗਿਆ। ਇੱਕ ਦਫਾ ਆਪਣਾ ਮਜ਼ਾ ਕਰੋ ਪੂਰਾ। ਮੈਂ ਪਸੰਦ ਹੀ ਨਹੀਂ ਨਾ ਕਰਾਈ, ਮੈਂ ਪਸੰਦ ਹੀ ਨਹੀਂ ਕਰਾਈ। ਰਾਤ ਨੂੰ ਇਹ ਪ੍ਰੋਗਰਾਮ ਮੁੱਕ ਵੀ ਜਾਂਦਾ, ਮੈਂ ਹੋਟਲ ਤੇ ਬੈਠਾ ਰਹਿਣਾ, ਬਣਾ ਯਾਰ ਚਾਰ ਚਾਵਾਂ ਕਿਹੜਾ ਦਿਨ ਚੜੇ ਹੈ। ਕਈ ਵਾਰੀ ਦੋਸਤ ਘਰ ਜਾਣ ਲੱਗਦੇ ਨੇ ਤੇ ਮੈਂ ਕਹਿੰਦਾ ਬੈਠੋ ਬੈਠੋ, ਇੱਕ ਵਾਰੀ ਫੇਰ ਚਾਹ ਮੈਂ ਕਹਿੰਦਾ। ਇੰਝ ਹੀ ਹੁੰਦਾ ਹੈ, ਮਰਜ਼ੀ ਆਪਣੀ ਕਰੋ। ਕੀ ਸਮਝਦੇ ਹੋ? ਹਾਂਜੀ, ਲੇਕਿਨ ਇੱਕ ਚੀਜ਼ ਮੈਂ ਐਡ ਕਰਾਂਗਾ, ਕੀ? ਸ਼ਾਦੀ ਲਵ ਕਰਾਓ ਲੇਕਿਨ ਆਪਣੇ ਘਰਦਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਵਾਹ। ਐ ਨਹੀਂ ਕਿ ਲਵ ਮੈਰਿਜ ਕਰਾਓ ਤੇ ਆਪਣੇ ਮਾਪਿਓ ਨੂੰ ਛੱਡ ਦਿਓ, ਨਹੀਂ, ਮਾਪਿਓ ਨੂੰ ਨਹੀਂ ਛੱਡਣਾ। ਅੱਛਾ ਜੀ, ਕੋਈ ਲਵ ਤੇ ਕੋਈ ਅੱਛਾ ਜਿਹਾ ਸ਼ੇਰ ਹੋਏ ਜਾਂ ਗਾਣਾ ਹੋਏ? ਦੇਖੋ ਜੀ, ਸ਼ੇਰੋ ਦਿਖਾਓ ਸ਼ਾਇਰੀ, ਭਾਈ ਨੂੰ ਕੱਪੜਾ ਵੇਚ ਰਹੇ ਹੋ। ਸ਼ੇਰੋ ਸ਼ਾਇਰੀ ਤੇ ਮੈਨੂੰ ਇੰਨੀ ਆਂਦੀ ਨਹੀਂ, ਲੇਕਿਨ ਇੱਕ ਗਾਣਾ ਹੈਗਾ ਜੀ, ਜ਼ਰੂਰ। ਜਿਹੜਾ ਅਕਸਰ ਮੈਂ ਆਪਣੀ ਬੀਵੀ ਨੂੰ ਵੀ ਸੁਣਾਉਂਦਾ ਸੀ ਜਦੋਂ ਸਾਡਾ ਸਟਾਰਟ ਹੋਇਆ ਸੀ। ਵਾਹ ਵਾਹ ਵਾਹ, ਸਮਝੋ ਤੁਹਾਡਾ ਵੀ ਅੱਜ ਸਟਾਰਟ ਹੀ ਹੈ। ਸੁਣਾਓ। कुछ इस तरह तेरी पलकें मेरी पलकों से मिला दे, आंसू तेरे सारे मेरी पलकों पे सजा दे, कुछ इस तरह। ਇਹ ਉਹ ਬਹੁਤ ਰੋਂਦੀ ਸੀ, ਇਹ ਗਾਣਾ ਮੈਂ ਯਾਨੀ ਸੁਣਾਉਂਦਾ ਇਹ ਗਾਣਾ ਸੁਣ ਕੇ ਤੇ ਭਾਬੀ ਸਾਡੀ ਰੋਂਦੀ ਸੀ। ਇਹ ਗਾਣੇ ਤੋਂ ਪਹਿਲੇ ਰੋਂਦੀ ਸੀ, ਜਦੋਂ ਇਹ ਗਾਣਾ ਮੈਂ ਸੁਣਾਉਂਦਾ ਸੀ ਤੇ ਉਹਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਅੱਛਾ ਸੀ। ਜੀ, ਹੱਥ ਮਿਲਾਓ, ਭਾਬੀ ਸਾਡੀ ਤੁਹਾਡੇ ਨਾਲ ਸਿੰਸੀਅਰ ਜ਼ਰੂਰ ਆ, ਲੇਕਿਨ ਉਹਨੂੰ ਗਾਣੇ ਦੀ ਸਮਝ ਨਹੀਂ ਗਈ ਜਿਹੜੀ ਇਸ ਗਾਣੇ ਤੇ ਰੋਂਦੀ ਰਹੀ ਹੈ। ਥੈਂਕ ਯੂ। ਤਾਂ ਨਾਜ਼ਰੀਨ, ਤੁਸੀਂ ਦੇਖਿਆ ਲੋਕਾਂ ਦੇ ਕੁਝ ਕਹਿੰਦੇ ਨੇ ਲਵ ਮੈਰਿਜ ਤੇ ਕੁਝ ਕਹਿੰਦੇ ਨੇ ਅਰੇਂਜ ਮੈਰਿਜ। ਅੱਛਾ, ਸੌਖਿਆ ਘਰਾਂ 'ਚ ਸ਼ਾਦੀ ਹੋਵੇ ਨਾ, ਸ਼ਾਮੀ ਆਨੇ ਲੱਗੇ ਹੁੰਦੇ ਨੇ, ਟੈਂਟ ਲੱਗੇ ਹੁੰਦੇ ਨੇ, ਆਪ ਆਏ ਆਪ ਖਾਏ, ਪਰ ਹੈਡ ਹੈ ਆਪ ਜਾਏ। ਅਬ ਸਾਡੇ ਗਰੀਬ ਮਹੱਲਿਆਂ 'ਚ ਵਿਆਹ ਹੋਵੇ ਨਾ, ਵਹੁਟੀ ਤੇ ਲਾੜੇ ਨੂੰ ਕੱਢ ਕੇ ਬਾਹਰ ਖਿਲਾਰ ਦਿੰਦੇ ਨੇ। ਕੁੜੀ ਪਹਿਲੇ ਇੱਕ ਭਰਾ ਦੇ ਗਲ ਲੱਗ ਕੇ ਰੋਈ, 15 ਮਿੰਟ ਲੰਘ ਗਏ। ਉਹ ਫੇਰ ਦੂਜੇ ਭਰਾ ਦੇ ਗਲ ਲੱਗ ਕੇ ਰੋਈ, ਫੇਰ 15 ਮਿੰਟ ਲੰਘ ਗਏ। ਹਾਰ ਕੇ ਲਾੜਾ ਵੀ ਰੋਣ ਲੱਗ ਪਿਆ। ਉਹਦੀ ਸੱਸ ਕਹਿੰਦੀ ਖੈਰ ਨਾ ਪੁੱਤਰ, ਉਹ ਤੇ ਰੋਣ ਡਈ ਆ, 7 ਭਰਾ ਛੱਡ ਚੱਲੀ, ਤੂੰ ਕਿਹੜੀ ਗੱਲੋਂ ਰੋਣ ਡਿਆ? ਉਹ ਕਹਿੰਦਾ ਬੇਬੇ ਮੈਂ ਇਸ ਗੱਲੋਂ ਰੋਣ ਡਿਆ ਜਿਹੜੀ 7 ਨੂੰ ਛੱਡ ਚੱਲੀ ਹੈ ਨਾ, ਤੂੰ ਵੇਖ ਲਈ ਰਹਿਣਾ ਇਹਨੇ ਮੇਰੇ ਵੱਲ ਵੀ ਕੋਈ ਨਹੀਂ। ਇੱਕ ਬੰਦਾ ਨਾ ਅਮਰੀਕਾ ਚੱਲਾ ਤੇ ਬੀਬੀ ਨੂੰ ਕਹਿੰਦਾ ਅਮਰੀਕਾ ਜਾਵਾਂ ਤੇਰੇ ਲਈ ਕੀ ਲਿਆਵਾਂ? ਕਹਿੰਦੀ ਸਾੜੀਆਂ ਬਹੁਤ ਅੱਛੀਆਂ ਹੁੰਦੀਆਂ। ਕਹਿੰਦਾ ਅਗਰ ਕੈਨੇਡਾ ਜਾਵਾਂ ਤੇ ਕਹਿੰਦੀ ਜੁੱਤੀਆਂ ਲਿਆਣੀਆਂ ਬਹੁਤ ਅੱਛੀਆਂ ਹੁੰਦੀਆਂ। ਕਹਿੰਦਾ ਅਗਰ ਸਿੰਗਾਪੁਰ ਜਾਵਾਂ ਤੇ ਕਹਿੰਦੀ ਪਰਫਿਊਮ ਲਿਆਣਾ ਬੜਾ ਚੰਗਾ ਹੁੰਦਾ। ਇੰਨੀ ਦੇਰ 'ਚ ਬੰਦਾ ਗੁੱਸੇ 'ਚ ਆ ਗਿਆ। ਕਹਿੰਦਾ ਅਗਰ ਦੋਜ਼ਖ 'ਚ ਜਾਵਾਂ ਤੇ ਕਹਿੰਦੀ ਆਪਣਾ ਵੀਡੀਓ ਭੇਜਣਾ, ਮੈਂ ਦੇਖਣਾ ਤੁਹਾਡਾ ਅਸ਼ਰ ਕੀ ਹੁੰਦਾ। ਤੇ ਨਾਜ਼ਰੀਨ, ਕਿੱਦਾਂ ਦਾ ਲੱਗਾ ਤੁਹਾਨੂੰ ਸਾਡਾ ਅੱਜ ਦਾ ਫਨਕਾਰੀਆਂ? ਜੇ ਚੰਗਾ ਲੱਗਾ ਤੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਨੇੜੇ ਹੋਵੋ।
ਘੰਟੀ ਦੇ ਅੰਗੂਠਾ ਜ਼ਰੂਰ ਮਾਰਿਆ ਕਰੋ। ਇਦਾਂ ਹਰ ਵੀਡੀਓ ਤੁਹਾਡੇ ਤੱਕ ਪਹੁੰਚਦਾ ਰਹੂ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਫਨਕਾਰੀਆਂ।